ਹੈਲੋ ਐਂਡ ਵੈਲਕਮ। ਤੁਸੀਂ ਦੇਖ ਰਹੇ ਹੋ ਸਟੱਡੀ ਵੀਜ਼ਾ ਸ਼ੋ। ਮੈਂ ਹਾਂ ਤੁਹਾਡੀ ਹੋਸਟ ਸੁਖਬੀਰ ਕੇ ਰਾਵੀ ਤੇ ਮੇਰੇ ਨਾਲ ਨੇ RCIC ਮੈਂਬਰ ਜਸਪ੍ਰੀਤ ਭਾਟੀਆ ਜੀ। ਜਸਪ੍ਰੀਤ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਜਸਪ੍ਰੀਤ ਜੀ, ਅਸੀਂ ਹਮੇਸ਼ਾ ਗੱਲ ਕਰਦੇ ਹਾਂ ਐਕਸਪ੍ਰੈਸ ਐਂਟਰੀ ਦੀ, ਕੈਨੇਡਾ PR ਦੀ, ਔਰ ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜਿਨ੍ਹਾਂ ਦੀ ਕੁਐਰੀਜ਼ ਆਉਂਦੀਆਂ ਜਿਨ੍ਹਾਂ ਦੇ ਪੁਆਇੰਟਸ ਨਹੀਂ ਐਲੀਜੀਬਲ ਹੁੰਦੇ ਐਕਸਪ੍ਰੈਸ ਐਂਟਰੀ ਵਾਸਤੇ। ਉਹਨਾਂ ਬਾਰੇ ਆਪਸ਼ਨਸ ਦੀ ਅਸੀਂ ਅਗਰ ਗੱਲ ਕਰੀਏ ਦੈਨ PNP ਇਜ਼ ਅ ਗੁੱਡ ਆਪਸ਼ਨ। ਤੇ ਮੈਂ ਚਾਹੁੰਦੀ ਹਾਂ ਅੱਜ ਅਸੀਂ ਇਹੀ ਡਿਸਕਸ ਕਰੀਏ ਕਿ PNPs 'ਚ ਕਿਸ ਤਰ੍ਹਾਂ ਅਪਲਾਈ ਕੀਤਾ ਜਾ ਸਕਦਾ, ਔਰ ਸਪੈਸ਼ਲੀ ਅੱਜ ਅਸੀਂ ਸਸਕੈਚੁਅਨ PNP ਦੀ ਅਗਰ ਗੱਲ ਕਰੀਏ, ਕਿਉਂਕਿ ਲੋਕਾਂ ਨੂੰ ਆਈਡੀਆ ਨਹੀਂ ਹੈ ਔਰ ਇਨਫੋਰਮੇਸ਼ਨ ਵੀ ਨਹੀਂ ਹੈ ਕਿ ਸਸਕੈਚੁਅਨ PR ਔਰ PNP ਉਹਨਾਂ ਦੇ ਲਈ ਕਿਸ ਤਰ੍ਹਾਂ ਬੈਨੀਫੀਸ਼ੀਅਲ ਹੋ ਸਕਦਾ ਹੈ। बिल्कुल, Saskatchewan PNP actually is one of the most easiest PR pathway and one of the most favorable PR pathway for anybody ਜਿਹਦੇ scores express entry ਦੇ ਵਿੱਚ ਘੱਟ ਹੋਣ। For example, ਕਿਸ ਦਾ 400 ਸਕੋਰ ਹੈ, 450 ਸਕੋਰ ਹੈ, because they are married, ਉਸ ਚੱਕਰ 'ਚ ਉਹਨਾਂ ਦੇ ਜਿਹੜੇ ਸਕੋਰਸ ਹੈ ਉਹ ਕਾਫੀ ਥੱਲੇ ਆ ਜਾਂਦੇ ਆ, 420 430 ਤੱਕ ਆ ਜਾਂਦੇ ਆ। ਐਂਡ ਐਕਸਪ੍ਰੈਸ ਐਂਟਰੀ ਇਸ ਟਾਈਮ ਤੇ ਕੋਈ ਫੈਡਰਲ ਸਕਿੱਲ ਵਰਕਰ ਕੈਟੇਗਰੀ ਜਿਹਦੇ 'ਚ ਤੁਸੀਂ ਲੋਕ ਅਪਲਾਈ ਕਰੋਗੇ ਆਊਟਸਾਈਡ ਕੈਨੇਡਾ, ਕੋਈ ਵੀ ਡਰਾ ਕੰਡਕਟ ਨਹੀਂ ਕਰ ਰਿਹਾ ਪਿਛਲੇ 6 ਮਹੀਨਿਆਂ ਤੋਂ। ਬਟ ਦੂਜੀ ਸਾਈਡ ਅਗਰ ਆਪਾਂ ਦੇਖੀਏ ਸਸਕੈਚੁਅਨ PNP ਐਵਰੀ ਫੋਰਥਨਾਈਟ ਮਤਲਬ ਐਵਰੀ 15 ਡੇਜ਼ ਤੇ ਇੱਕ ਨਵਾਂ ਡਰਾ ਕੱਢ ਰਿਹਾ ਹੈ ਫॉर SINP ਐਕਸਪ੍ਰੈਸ ਐਂਟਰੀ। ਐਂਡ ਐਕਸਪ੍ਰੈਸ ਐਂਟਰੀ ਜਿਹੜੀ ਤੁਸੀਂ ਐਕਸਪ੍ਰੈਸ ਐਂਟਰੀ 'ਚ ਫਾਈਲ ਲਾਈ ਹੈ, ਐਂਡ OID ਮਤਲਬ ਆਕੂਪੇਸ਼ਨ ਇਨ ਡਿਮਾਂਡ ਲਈ। ਹੁਣ ਆਪਾਂ ਅਗਰ ਇਹਦੀ ਐਲੀਜੀਬਿਲਿਟੀ ਬਾਰੇ ਗੱਲ ਕਰੀਏ ਕਿ ਸਸਕੈਚੁਅਨ ਦੀ PNP ਦੀ ਐਲੀਜੀਬਿਲਿਟੀ ਕੀ ਹੈ, ਟੋਟਲ 100 ਪੁਆਇੰਟਸ ਸਸਕੈਚੁਅਨ ਦੀ ਐਲੀਜੀਬਿਲਿਟੀ ਲਈ ਹੁੰਦੇ ਹੈ, ਮੈਕਸਿਮਮ 100 ਪੁਆਇੰਟਸ ਦੈਟ ਯੂ ਕੈਨ ਗੇਨ। ਉਹਦੇ ਵਿੱਚ ਮਿਨੀਮਮ ਤੁਹਾਡੇ ਪੁਆਇੰਟ ਜਦੋਂ ਤੁਸੀਂ ਕੈਲਕੂਲੇਟ ਕਰਦੇ ਹੋ ਉਹ 60 ਹੋਣੇ ਚਾਹੀਦੇ हैं, that is 60 out of 100 to be eligible to apply under Saskatchewan PNP। ਦੂਜੀ ਆਪਾਂ ਅਗਰ ਗੱਲ ਕਰੀਏ ਕਿ ਹੁਣ ਇਹ ਪੁਆਇੰਟਸ ਕਿੱਦਾਂ ਨਿਕਲ ਕੇ ਆਉਂਦੇ ਹਨ, ਮੇਜਰਲੀ ਹਰ PR ਪਾਥਵੇ ਦੇ ਵਿੱਚ ਆਪਣੇ 4 ਤੋਂ 5 ਮੇਜਰ ਪੁਆਇੰਟਸ ਹੁੰਦੇ ਹਨ ਜਿੱਥੋਂ ਤੁਹਾਨੂੰ ਸਕੋਰ ਮਿਲਦਾ ਹੈ। ਸਸਕੈਚੁਅਨ ਵੀ ਸਿਮਿਲਰਲੀ ਉਸੇ ਪੈਟਰਨ ਤੇ ਕੰਮ ਕਰਦਾ ਹੈ। ਤੇ ਅਗਰ ਆਪਾਂ ਗੱਲ ਕਰੀਏ ਕਿ ਕਿਵੇਂ ਪੁਆਇੰਟ ਸਾਡੇ ਕੈਲਕੂਲੇਟ ਹੁੰਦੇ ਨੇ, ਤੁਹਾਡੇ ਪੁਆਇੰਟਸ ਤੁਹਾਨੂੰ ਮਿਲਣਗੇ ਵਰਕ ਐਕਸਪੀਰੀਅੰਸ ਦੇ ਬੇਸ ਦੇ ਉੱਤੇ, ਤੁਹਾਡੀ ਏਜ ਦੇ ਬੇਸ ਦੇ ਉੱਤੇ, ਤੁਹਾਡੀ ਐਜੂਕੇਸ਼ਨ ਦੇ ਬੇਸ ਦੇ ਉੱਤੇ, ਐਂਡ ਵਰਕ ਐਕਸਪੀਰੀਅੰਸ ਦੇ ਬੇਸ ਦੇ ਉੱਤੇ, ਪਲੱਸ ਅਡੈਪਟੇਬਿਲਿਟੀ ਦੇ ਉੱਤੇ। ਅਡੈਪਟੇਬਿਲਿਟੀ ਮਤਲਬ ਤੁਹਾਡਾ ਉੱਥੇ ਕੋਈ ਸਪਾਊਸ ਹੈ, ਤੁਸੀਂ ਵਿਦਨ ਸਸਕੈਚੁਅਨ ਜਾਂ ਕੈਨੇਡਾ ਐਜੂਕੇਸ਼ਨ ਕੰਪਲੀਟ ਕੀਤੀ ਹੋਈ ਹੈ, ਇਸ ਬੇਸਿਸ ਦੇ ਉੱਤੇ ਤੁਹਾਡੇ ਸਾਰੇ ਪੁਆਇੰਟਸ ਬੰਦੇ ਨੇ, ਜਾਂ ਤੁਸੀਂ ਉੱਥੋਂ ਵਰਕ ਐਕਸਪੀਰੀਅੰਸ ਲਿੱਤਾ ਹੋਇਆ ਹੈ। ਹੁਣ ਅਗਰ ਆਪਾਂ ਗੱਲ ਕਰੀਏ ਕਿ 60 ਪੁਆਇੰਟਸ ਐਲੀਜੀਬਿਲਿਟੀ ਚੱਲ ਰਹੀ ਹੈ, ਬਟ ਵਾਟ ਇਜ਼ ਦ ਕਰੰਟ ਕਟ ਆਫ ਬਾਈ SINP ਵਿਚ ਇਜ਼ ਸਸਕੈਚੁਅਨ। ਕਰੰਟ ਕਟ ਆਫ ਬਹੁਤ ਵੇਰੀ ਕਰ ਰਹੀ ਹੈ ਸਸਕੈਚੁਅਨ ਦੀ। ਪਿਛਲੇ 15 ਦਿਨ ਪਹਿਲਾਂ ਤੁਹਾਡਾ ਕਟ ਆਫ ਨਿਕਲੀ ਸੀ 65 ਪੁਆਇੰਟਸ ਦੇ ਉੱਤੇ, ਉਸ ਤੋਂ ਪਹਿਲਾਂ ਕਟ ਆਫ ਚੱਲ ਰਹੀ ਸੀ 70 ਪੁਆਇੰਟ ਉੱਤੇ। 70 68 69 ਬਹੁਤ ਕੰਸਿਸਟੈਂਟ ਪੁਆਇੰਟ ਹੈ ਜਿਹੜੀ ਕਟ ਆਫ ਚੱਲ ਰਹੀ ਹੈ ਸਸਕੈਚੁਅਨ ਦੀ ਇਸ ਟਾਈਮ ਤੇ। ਬਟ ਰੀਸੈਂਟਲੀ ਪਰਸੋਂ ਜਿਹੜੀ ਕਟ ਆਫ ਸਸਕੈਚੁਅਨ ਦੀ ਨਿਕਲੀ ਉਹ 82 ਪੁਆਇੰਟਸ ਤੇ ਨਿਕਲੀ। ਤਾਂ ਅਗਰ ਆਪਾਂ ਦੇਖੀਏ ਬਹੁਤ ਜ਼ਿਆਦਾ ਵੇਰੀਡ ਡਰਾਜ਼ ਨਿਕਲਦੇ ਆ ਸਸਕੈਚੁਅਨ ਤੇ, ਕੋਈ ਕੰਸਿਸਟੈਂਟ ਡਰਾਜ਼ ਨਹੀਂ ਨਿਕਲਦੇ, ਕਦੀ 70 ਕਦੀ 82 ਕਦੀ 67 ਕਦੀ 68। ਇਸ ਕਰਕੇ ਮੈਂ ਹਾਈਲੀ ਤੁਹਾਨੂੰ ਰეკਮੈਂਡ ਕਰਾਂਗੀ ਕਿ ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਆਪਣੇ ਪੁਆਇੰਟਸ ਕੈਲਕੂਲੇਟ ਸਾਡੇ ਨਾਲ ਕਰਵਾ ਸਕਦੇ ਹੋ। ਮੈਂ ਅਜੇ 15-20 ਦਿਨ ਲਈ ਹੋਰ ਇੰਡੀਆ ਦੇ ਵਿੱਚ ਹੈਗੀ ਆ ਤੇ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਮੇਰੇ ਕੈਨੇਡੀਅਨ ਨੰਬਰ ਤੇ which is +16479972486। ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਆਪ ਡਿਸਕਸ਼ਨ ਕਰਨ ਲਈ, that is on canada@landmarkimmigration.com। ਹੁਣ ਅਗਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਅਗਰ 70 ਪੁਆਇੰਟਸ ਮੈਨੂੰ ਬਣਾਉਣੇ ਹੈ ਤਾਂ ਮੋਟਾ ਕਿਵੇਂ ਬਣਨਗੇ। ਅਗਰ ਤੁਹਾਡੇ ਕੋਲ ਮਾਸਟਰਸ ਡਿਗਰੀ ਹੈ ਤੁਹਾਨੂੰ ਮੈਕਸਿਮਮ 23 ਪੁਆਇੰਟਸ ਉਹਦੇ ਮਿਲਣਗੇ। ਤੁਹਾਡੀ ਅਗਰ ਏਜ 21 to 34 ਦੇ ਵਿੱਚ ਹੈਗੀ ਹੈ ਤਾਂ ਤੁਹਾਨੂੰ ਉਹਦੇ ਵੀ ਮੈਕਸਿਮਮ ਪੁਆਇੰਟਸ ਮਿਲਣਗੇ which is 12। ਤੁਹਾਡੀ ਅਗਰ ਐਜੂਕੇਸ਼ਨ ਮਾਸਟਰਸ ਐਜ਼ ਆਈ ਸੈਡ ਹੈਗੀ ਹੈ ਤਾਂ ਤੁਹਾਨੂੰ ਉਹਦੇ 23 ਪੁਆਇੰਟਸ ਮਿਲਣਗੇ। ਵਰਕ ਐਕਸਪੀਰੀਅੰਸ ਤੁਹਾਡੇ ਕੋਲ ਅਗਰ 10 ਸਾਲ ਦਾ ਹੈਗਾ ਹੈ ਤਾਂ ਤੁਹਾਨੂੰ ਉਹਦੇ ਵੀ ਮੈਕਸਿਮਮ ਪੁਆਇੰਟਸ ਮਿਲਣਗੇ which is 15। ਉਹਦੀ ਕੈਲਕੂਲੇਸ਼ਨ ਤੁਹਾਡੇ ਨਾਲ ਕਰ ਸਕਦੇ ਹਾਂ। ਲਾਸਟਲੀ ਅਗਰ ਤੁਹਾਡੇ ਕੋਲ ਫ੍ਰੈਂਚ ਹੈ ਤਾਂ ਤੁਹਾਨੂੰ ਉਹਦੇ ਐਡੀਸ਼ਨਲ ਪੁਆਇੰਟਸ ਵੀ ਮਿਲ ਜਾਣਗੇ। ਐਂਡ ਇਹ ਸਾਰੇ ਅਗਰ ਆਪਾਂ ਪੁਆਇੰਟਸ ਟੋਟਲ ਕਰੀਏ ਮਾਈਨਸ ਫ੍ਰੈਂਚ ਤਾਂ ਤੁਹਾਡੇ 70 ਪੁਆਇੰਟਸ ਬਣ ਜਾਣਗੇ। ਮਤਲਬ CLB 8, ਮਾਸਟਰਸ ਡਿਗਰੀ, 10 years ਆਫ ਐਕਸਪੀਰੀਅੰਸ, ਅਗਰ ਤੁਹਾਡੇ ਕੋਲ ਇਹ ਤਿੰਨ ਚੀਜ਼ਾਂ ਹੈਗੀਆਂ ਐਂਡ ਯੂ ਆਰ ਅੰਡਰ 35, ਤੁਹਾਡੇ 70 ਪੁਆਇੰਟ ਹੋਣਗੇ। ਤੇ ਤੁਹਾਡੀ ਜਿਹੜੀ ਆਕੂਪੇਸ਼ਨ ਹੈਗੀ ਹੈ ਉਹ ਸਸਕੈਚੁਅਨ ਦੇ ਹਿਸਾਬ ਨਾਲ ਅਗਰ ਇਨ ਡਿਮਾਂਡ 'ਚ ਹੈਗੀ ਹੈ ਤਾਂ ਯੂ ਵਿਲ ਗੈਟ ਯੋਰ ਇਨਵੀਟੇਸ਼ਨ ਫਰਮ ਸਸਕੈਚੁਅਨ ਵੈਰੀ ਸੂਨ। ਐਂਡ ਤੁਸੀਂ ਆਪਣੀਆਂ ਡਿਟੇਲਸ ਬਾਕੀ ਸਾਡੇ ਨਾਲ ਐਜ਼ ਆਈ ਗੇਵ ਮਾਈ ਨੰਬਰ ਯੂ ਕੈਨ ਬੀ ਡਾਇਰੈਕਟਲੀ ਇਨ ਟੱਚ ਵਿਦ ਮੀ ਟੂ ਗੈਟ ਯੋਰ ਪ੍ਰੋਫਾਈਲ ਇਵੈਲੂਏਟਡ। ਜੀ ਜਸਪ੍ਰੀਤ ਜੀ ਫਿਲਹਾਲ ਤਾਂ ਇੰਡੀਆ 'ਚ ਨੇ, ਬਟ ਡੈਫੀਨੇਟਲੀ ਜਦੋਂ ਫਲਾਈ
ਹੋਏ ਕਰ ਜਾਣਗੇ ਉਸ ਤੋਂ ਬਾਅਦ ਵੀ ਉਹ ਤੁਹਾਡੀ ਕੁਐਰੀਜ਼ ਨੂੰ ਆਨਸਰ ਕਰਨਗੇ, ਜ਼ਰੂਰ ਆਨਸਰ ਕਰਨਗੇ। ਤੇ ਤੁਸੀਂ ਡੋਂਟ ਗੈਟ ਸ਼ਾਈ ਵੇ ਟੂ ਕਾਲ ਹਰ। ਨੰਬਰ ਤੁਹਾਨੂੰ ਟੀਵੀ ਸਕਰੀਨ ਤੇ ਦਿੱਤੇ ਗਏ, WhatsApp ਦੇ ਥਰੂ ਤੁਸੀਂ ਆਪਣੀ ਪ੍ਰੋਫਾਈਲ ਸ਼ੇਅਰ ਕਰ ਸਕਦੇ ਹੋ। ਐਕਸਪ੍ਰੈਸ ਐਂਟਰੀ 'ਚ ਅਗਰ ਤੁਸੀਂ ਆਲਰੇਡੀ ਆਪਣੀ ਪ੍ਰੋਫਾਈਲ ਲਗਾਈ ਹੋਈ ਹੈ ਔਰ ਕੋਈ ਅੱਗੇ ਮੂਵਮੈਂਟ ਨਹੀਂ ਤੁਹਾਨੂੰ ਨਜ਼ਰ ਆ ਰਹੀ, ਦੈਨ ਡੈਫੀਨੇਟਲੀ ਤੁਸੀਂ ਮੈਮ ਦੇ ਨਾਲ ਕੰਟੈਕਟ ਕਰੋ, ਤੁਹਾਨੂੰ ਸਹੀ ਗਾਈਡੈਂਸ ਦਿੱਤੀ ਜਾਏਗੀ। ਸਸਕੈਚੁਅਨ ਦੀ ਮੈਮ ਅੱਜ ਅਸੀਂ ਗੱਲ ਕਰ ਰਹੇ ਹਾਂ, ਐਂਡ what are the other benefits of getting Saskatchewan PR over other provinces? ਕੀ ਟਾਈਮ ਘੱਟ ਲੱਗਦਾ ਆ ਕਿ ਕਿਸ ਤਰ੍ਹਾਂ ਦੇ ਬੈਨੀਫਿਟਸ ਨੇ? ਅਗਰ ਆਪਾਂ ਗੱਲ ਕਰੀਏ, ਮੈਨੂੰ ਬਹੁਤ ਸਾਰੇ ਕਾਲਸ ਆਉਂਦੇ ਆ, ਮੈਨੂੰ ਬਹੁਤ ਸਾਰੇ ਲੋਕੀ ਬੋਲਦੇ ਆ ਕਾਲ ਕਰਕੇ, ਕਲਾਇੰਟਸ ਕਾਲ ਕਰਦੇ ਆ, ਬੋਲਦੇ ਆ ਕਿ ਮੈਮ ਐਕਸਪ੍ਰੈਸ ਐਂਟਰੀ ਸਾਡਾ ਸਕੋਰ ਘੱਟ ਹੈ। ਇਹਨਾਂ ਕੁ ਸਭ ਨੂੰ ਅੱਜ ਸਮਝ ਆ ਚੁੱਕਿਆ ਹੈ, ਇੰਨੇ ਵੀਡੀਓਜ਼ YouTube ਤੇ ਆਉਂਦੇ ਆ ਕਿ ਸਾਡੇ ਐਕਸਪ੍ਰੈਸ ਐਂਟਰੀ ਦੇ ਪੁਆਇੰਟਸ ਕਿੰਨੇ ਹੋਣਗੇ, ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੈਮ ਸਾਡੀ ਕੋਈ ਨਾ ਕੋਈ PNP ਤਾਂ ਲੱਗ ਹੀ ਜਾਏਗੀ, PNP ਬਹੁਤ ਈਜ਼ੀ ਪਾਥਵੇ ਹੈ। ਓਨੈਸਟਲੀ ਅਗਰ ਮੈਂ ਤੁਹਾਨੂੰ ਦੱਸਾਂ, ਦੇਰ ਆਰ ਐਜ਼ ਆਫ ਨਾਓ ਸਿਰਫ ਓਨਟੇਰੀਓ, ਸਸਕੈਚੁਅਨ ਤੇ ਐਲਬਰਟਾ, ਜਿਹੜਾ ਕਿ ਹੁਣੇ ਬਿਲਕੁਲ 2-4 ਦਿਨ ਪਹਿਲਾਂ ਹੀ ਐਲਬਰਟਾ ਨੇ ਆਪਣੀ PNP ਓਪਨ ਕੀਤੀ ਹੈ ਆਊਟਸਾਈਡ ਕੈਨੇਡਾ ਐਪਲੀਕੈਂਟਸ ਲਈ। ਸਸਕੈਚੁਅਨ, ਓਨਟੇਰੀਓ, ਇਹ 3 ਪ੍ਰੋਵਿੰਸਸ ਹੈਗੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਆਈ ਵੁੱਡ ਸੇ ਐਕਟਿਵ ਰਹਿੰਦੇ ਆ। ਐਲਬਰਟਾ ਵੀ ਇੰਨਾ ਐਕਟਿਵ ਨਹੀਂ ਰਿਹਾ ਪਿਛਲੇ ਸਾਲ 'ਚ ਬਿਕੋਜ਼ ਆਫ ਕੋਵਿਡ, ਬਟ ਦੈਨ ਓਨਟੇਰੀਓ ਐਂਡ ਸਸਕੈਚੁਅਨ ਆਰ 2 ਪ੍ਰੋਵਿੰਸਸ ਜਿਹੜੇ ਬਹੁਤ ਐਕਟਿਵ ਹੈ। ਅਗਰ ਮੈਂ ਤੁਹਾਨੂੰ ਪ੍ਰੋਵਿੰਸਸ ਦੱਸਾਂ ਕਿੰਨੇ ਪ੍ਰੋਵਿੰਸਸ ਕੈਨੇਡਾ ਦੇ ਵਿੱਚ ਹੈਗੇ, ਕੈਨੇਡਾ 'ਚ ਇਨ ਟੋਟਲ 10 ਪ੍ਰੋਵਿੰਸਸ ਹੈਗੇ ਆ ਵਿਦ 3 ਟੈਰੀਟਰੀਜ਼, ਤੇ ਇਹ 10 ਜਿਹੜੇ ਪ੍ਰੋਵਿੰਸਸ ਹੈਗੇ ਨੇ ਇਹਨਾਂ ਦੀਆਂ PNP, ਸਾਰੀਆਂ PNP ਸੌਖੀਆਂ ਨਹੀਂ ਹੈਗੀਆਂ। ਅਗਰ ਮੈਂ BC PNP ਦੀ ਗੱਲ ਕਰਾਂ ਤਾਂ BC PNP ਜੌਬ ਆਫਰ ਦਿੱਤੇ ਬਿਨਾਂ ਤੁਸੀਂ ਉਹਦੇ 'ਚ ਅਪਲਾਈ ਨਹੀਂ ਕਰ ਸਕਦੇ। ਐਲਬਰਟਾ, ਸਸਕੈਚੁਅਨ, ਓਨਟੇਰੀਓ PNP ਤੁਹਾਡੇ ਲਈ ਫੇਵਰੇਬਲ ਆਪਸ਼ਨਸ ਹੈ। ਨੋਵਾ ਸਕੋਸ਼ੀਆ ਇਜ਼ 1 PNP ਵਿਚ ਇਜ਼ ਆਈ ਵੁੱਡ ਸੇ ਅ ਸਲੀਪਿੰਗ PNP। ਉਹ ਕਦੀ ਵੀ ਆਊਟ ਆਫ ਦ ਬਲੂ 3-4 ਮਹੀਨੇ 'ਚ ਉੱਠ ਕੇ ਇੱਕਦਮ ਇੱਕ ਲੇਬਰ ਮਾਰਕੀਟ ਪ੍ਰਾਇੋਰਟੀ ਸਟਰੀਮ ਹੈਗੀ ਹੈ ਉਹਨਾਂ ਦੀ, ਉਹਦੇ 'ਚ ਉਹ ਇੱਕਦਮ ਕਦੀ ਵੀ ਆਊਟ ਆਫ ਨੋਵੇਅਰ ਡਰਾ ਕੱਢ ਦਿੰਦੇ ਹਨ। ਪੀਪਲ ਆਲਸੋ ਗੈਟ ਇਨਵੀਟੇਸ਼ਨਸ ਐਟ 370, 380 ਐਕਸਪ੍ਰੈਸ ਐਂਟਰੀ ਪ੍ਰੋਫਾਈਲਸ। ਤਾਂ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਰეკਮੈਂਡ ਕਰਾਂਗੀ, ਪਲੀਜ਼ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲਸ ਆਪਣੀ ਐਲੀਜੀਬਿਲਿਟੀ ਚੈੱਕ ਕਰਾਉਣ ਤੋਂ ਬਾਅਦ ਡੈਫੀਨੇਟਲੀ ਕ੍ਰੀਏਟ ਕਰਕੇ ਰੱਖੋ। ਤੁਹਾਡਾ ਅਗਰ 350 ਪੁਆਇੰਟ ਵੀ ਹੈ, 380 ਪੁਆਇੰਟਸ ਵੀ ਹੈ, 400, 420 ਪੁਆਇੰਟ ਹੈਗੇ ਆ, ਤਾਂ ਵੀ ਤੁਸੀਂ ਆਪਣਾ ਪ੍ਰੋਫਾਈਲ ਐਕਸਪ੍ਰੈਸ ਐਂਟਰੀ 'ਚ ਕ੍ਰੀਏਟ ਕਰਕੇ ਰੱਖੋ, ਕਿਉਂਕਿ ਜਿਹੜੇ ਮੈਂ ਪ੍ਰੋਵਿੰਸਸ ਹੁਣੇ ਤੁਹਾਨੂੰ ਦੱਸੇ, ਇਹ ਸਾਰੇ ਪ੍ਰੋਵਿੰਸਸ ਕਦੀ ਵੀ ਯੂ ਕੈਨ ਬੀ ਲੱਕੀ ਐਟ ਐਨੀ ਪੁਆਇੰਟ ਆਫ ਟਾਈਮ। ਕਿਸੇ ਵੀ ਟਾਈਮ ਤੇ ਤੁਹਾਡੀ ਆਕੂਪੇਸ਼ਨ ਅਗਰ ਉਸ ਪ੍ਰੋਵਿੰਸ 'ਚ ਡਿਮਾਂਡ 'ਚ ਹੋਈ ਤਾਂ ਤੁਹਾਨੂੰ ਇਨਵੀਟੇਸ਼ਨ ਮਿਲ ਸਕਦਾ ਹੈ। ਤਾਂ ਇਸ ਕਰਕੇ ਆਪਣੇ ਹਮੇਸ਼ਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਐਕਟਿਵ ਰੱਖੋ। ਡੋਂਟ ਗੈਟ ਫਰਸਟ੍ਰੇਟਡ। ਆਈ ਅੰਡਰਸਟੈਂਡ ਇਸ ਟਾਈਮ ਤੇ ਬਹੁਤ ਸਲੋ ਚੱਲ ਰਹੀ ਹੈ PR ਕੈਨੇਡਾ ਦੀ, ਆਊਟਸਾਈਡ ਕੈਨੇਡਾ ਲੋਕਾਂ ਲਈ, ਬਟ ਡੂ ਨਾਟ ਗਿਵ ਅਪ, ਕਿਉਂਕਿ ਐਵਰੀਥਿੰਗ ਇਜ਼ ਓਪਨਿੰਗ ਅਪ। ਐਲਬਰਟਾ ਖੁੱਲ ਚੁੱਕਿਆ ਹੈ PNP ਲਈ, ਸਸਕੈਚੁਅਨ ਆਪਣਾ ਐਕਟਿਵ ਹੈ, ਵੈਰੀ ਐਕਟਿਵ। ਮੇਰੇ ਤੋਂ ਕੁਐਸਚਨ ਤੁਸੀਂ ਪੁੱਛਿਆ ਹੁਣੇ ਕਿ ਇੰਨਾ ਸਸਕੈਚੁਅਨ ਫੇਵਰੇਬਲ ਕਿਉਂ ਹੈ, irrespective of COVID, irrespective of whatever, Saskatchewan ਦੀ ਜਿਹੜੀ ਅਗਰ ਮੈਂ ਐਲੀਜੀਬਿਲਿਟੀ ਦੀ ਹੁਣੇ ਤੁਹਾਡੇ ਨਾਲ ਗੱਲ ਕੀਤੀ, till the age of 34 ਤੁਹਾਨੂੰ ਮੈਕਸਿਮਮ ਪੁਆਇੰਟਸ ਮਿਲਦੇ ਆ ਆਪਣੀ ਏਜ ਤੇ। ਤੁਹਾਡੇ ਕੋਲ ਮਾਸਟਰਸ ਡਿਗਰੀ ਹੈ, ਬਹੁਤ ਲੰਬੀ ਚੌੜੀ ਕੈਲਕੂਲੇਸ਼ਨ ਨਹੀਂ ਹੈ, ਸਿਰਫ ਇਹ 5 ਪੁਆਇੰਟਸ ਹੀ ਤੁਸੀਂ ਧਿਆਨ 'ਚ ਰੱਖਣੇ ਹੈ। ਤੁਹਾਡਾ ਅਗਰ ਕੋਈ ਕਲੋਜ਼ ਰਿਲੇਟਿਵ, ਤੁਹਾਡੀ ਵਾਈਫ ਦੇ ਇਨ-ਲॉज, ਹਸਬੈਂਡ ਦੇ ਇਨ-ਲॉज, ਉਹਨਾਂ 'ਚੋਂ ਕੋਈ ਵੀ ਰਿਲੇਟਿਵ, ਨੀਜ਼, ਨੈਫਿਊ, ਅੰਕਲ, ਆਂਟ, ਕੋਈ ਵੀ ਤੁਹਾਡਾ ਸਸਕੈਚੁਅਨ 'ਚ ਰਹਿੰਦਾ, ਤੁਹਾਨੂੰ ਸਿੱਧਾ 20 ਪੁਆਇੰਟਸ ਮਿਲ ਜਾਂਦੇ ਆ। ਤਾਂ ਤੁਸੀਂ ਸੋਚੋ ਅਗਰ ਤੁਸੀਂ 50 ਪੁਆਇੰਟ ਵੀ ਬਣਾਏ ਆਪਣੇ ਬੈਚਲਰਸ ਡਿਗਰੀ CLB 8 ਦੇ ਨਾਲ ਜਾਂ 5-7 ਸਾਲ ਦੇ ਐਕਸਪੀਰੀਅੰਸ ਦੇ ਨਾਲ, ਵਿੱਚ ਤੁਸੀਂ ਅਗਰ 20 ਪੁਆਇੰਟ ਆਪਣੇ ਰਿਲੇਟਿਵ ਕਰਕੇ ਐਡ ਕਰਤੇ, ਜਿਹਨੂੰ ਆਪਾਂ ਅਡੈਪਟੇਬਿਲਿਟੀ ਪੁਆਇੰਟਸ ਕਹਿੰਦੇ ਆ, your points are any which way is going to shoot up to 70 and 70 above, and you will definitely get an invitation. But considering ਜਿਹੜੀ ਤੁਹਾਡੀ ਨੌਕ ਕੋਡ ਹੈਗੀ ਹੈ ਉਹ ਐਲੀਜੀਬਲ ਹੋਣੀ ਚਾਹੀਦੀ ਹੈ ਸਸਕੈਚੁਅਨ 'ਚ। ਇਸ ਕਰਕੇ ਮੈਂ ਕਹਿੰਦੀ ਹਾਂ ਕਿ ਸਸਕੈਚੁਅਨ ਬਹੁਤ ਫੇਵਰੇਬਲ ਪ੍ਰੋਵਿੰਸ ਹੈਗਾ ਹੈ ਟੂ ਮੇਕ ਅ ਮੂਵ ਫॉर PR and applying under Saskatchewan PNP। ਜੀ, ਔਰ ਪੁਆਇੰਟਸ ਦੀ ਇੱਥੇ ਗੱਲ ਹੋਈ ਹੈ, ਪੁਆਇੰਟਸ ਬੂਸਟ ਕਰਨ ਦਾ ਵੀ ਕੋਈ ਫਾਰਮੂਲਾ ਸਾਡੇ ਐਪਲੀਕੈਂਟਸ ਨੂੰ, ਸਾਡੇ ਵਿਊਅਰਸ ਨੂੰ ਜ਼ਰੂਰ ਦੱਸ ਦਿਓ। ਬਿਲਕੁਲ, ਮੈਂ ਦੇਖਦੀ ਹਾਂ ਬਹੁਤ ਜ਼ਿਆਦਾ ਟੈਲੈਂਟਡ ਐਂਡ ਬਹੁਤ ਜ਼ਿਆਦਾ ਐਕਸਪੀਰੀਅੰਸਡ ਲੋਕ ਇਸ ਟਾਈਮ ਤੇ ਕੈਨੇਡਾ ਜਾਣ ਦੇ ਉਹਦੇ 'ਚ ਹੈਗੇ ਨੇ। ਦੇ ਆਰ ਵੈਰੀ ਈਗਰ ਟੂ ਮੂਵ ਕੈਨੇਡਾ। ਆਈ ਹੈਵ ਕਮ ਅਕ੍ਰੋਸ ਪੀਪਲ ਹੂ ਆਰ 35, 38, 40 ਜੋ ਕਿ ਇਸ ਟਾਈਮ ਤੇ ਕਹਿ ਰਹੇ ਕਿ ਸਾਨੂੰ ਸਟੱਡੀ ਪਰਮਿਟ ਤੇ ਕੈਨੇਡਾ ਭੇਜ ਦਿਓ, ਬਿਕਾਜ਼ ਪੀਪਲ ਵਾਂਟ ਟੂ ਮੂਵ ਆਊਟ ਆਫ ਇੰਡੀਆ ਐਂਡ ਵਾਂਟ ਟੂ ਬੀ ਸੈਟਲਡ ਅਬਰੋਡ। ਤੇ ਆਪਾਂ ਅਗਰ ਮੈਂ ਗੱਲ ਕਰਾਂ ਪੁਆਇੰਟਸ ਕਿਵੇਂ ਬੂਸਟ ਕਰਨਾ, ਆਈ ਹੈਵ ਸੀਨ ਪੀਪਲ ਸਿਟਿੰਗ ਔਨ ਦੇਅਰ ਫਾਈਲਸ ਐਟ 420, 425, ਬਟ ਇਸ ਤੋਂ ਉੱਤੇ ਉਹ ਐਫਰਟ ਨਹੀਂ ਲਗਾਉਂਦੇ। ਪਹਿਲੀ ਗੱਲ ਪਿਛਲੇ ਵੀਡੀਓਜ਼ 'ਚ ਆਪਾਂ ਡਿਸਕਸ ਕਰ ਚੁੱਕੇ ਹਾਂ, ਆਪਾਂ ਏਜ ਰਾਹੀਂ ਆਪਣੇ ਪੁਆਇੰਟਸ ਵਧਾ ਨਹੀਂ ਸਕਦੇ ਬਿਕਾਜ਼ ਵੀ ਹੈਵ ਨੋ ਕੰਟਰੋਲ ਓਵਰ ਇਟ। ਮਾਸਟਰਸ ਡਿਗਰੀ ਆਪਾਂ ਦੁਬਾਰਾ 35 ਦੀ ਏਜ ਦਾ ਕੇ ਨਹੀਂ ਕਰਾਂਗੇ, ਕਰ ਸਕਦੇ ਹੋ, ਵੈਲ ਐਂਡ ਗੁੱਡ। ਆਈ ਐਮ ਸ਼ੋਰ ਐਨੀਬਡੀ ਹੂ ਇਜ਼ 35, 36 ਉਹ ਪੜ੍ਹਾਈ ਇਸ ਟਾਈਮ ਤੇ ਰਿਜ਼ਿਊਮ ਨਹੀਂ ਕਰਨਾ ਚਾਹੇਗਾ ਐਂਡ 2 ਸਾਲ ਉੱਤੇ ਨਹੀਂ ਲਾਣਾ ਚਾਹੇਗਾ ਇਨ ਇੰਡੀਆ। ਥਰਡਲੀ ਆਪਾਂ ਵਰਕ ਐਕਸਪੀਰੀਅੰਸ ਯੈਸ ਆਪਣਾ ਇੰਪਰੂਵ ਕਰ ਸਕਦੇ ਹਾਂ, ਬਟ 3 ਸਾਲ ਤੋਂ ਉੱਤੇ ਤੁਹਾਡਾ ਅਗਰ ਵਰਕ ਐਕਸਪੀਰੀਅੰਸ ਹੈ ਤੁਹਾਨੂੰ ਉਹਦੇ ਮੈਕਸਿਮਮ ਪੁਆਇੰਟਸ ਮਿਲਦੇ ਆ। ਤਾਂ ਐਨੀਥਿੰਗ ਮੋਰ ਦੈਨ 3 ਇਅਰਸ ਤੁਹਾਡੇ ਪੁਆਇੰਟਸ ਨਹੀਂ ਇੰਕਰੀਜ਼ ਹੋਣਗੇ। ਹੁਣ ਸਾਡੇ
ਪੁਆਇੰਟਸ ਕਿਵੇਂ ਇੰਕਰੀਜ਼ ਹੋਣਗੇ। ਪਹਿਲੀ ਗੱਲ ਆਇਲ ਸਕੋਰ, ਬਹੁਤ ਕਲਾਇੰਟਸ ਹਨ ਜਿਹੜੇ ਲਿਸਨਿੰਗ ਦੇ ਵਿੱਚ 8 ਨਹੀਂ ਲਿਆ ਪਾਉਂਦੇ ਤੇ ਰਾਈਟਿੰਗ ਦੇ ਵਿੱਚ 7 ਨਹੀਂ ਲਿਆ ਪਾਉਂਦੇ। ਯੂ ਹੈਵ ਟੂ ਟਰਾਈ ਅਗੇਨ ਐਂਡ ਅਗੇਨ ਟੂ ਗੈਟ ਆਇਲ ਸਕੋਰ 'ਚ 8,777 ਜਿਹਨੂੰ ਆਪਾਂ CLB 9 ਕਹਿ ਦਿੰਦੇ ਆ ਇਮੀਗ੍ਰੇਸ਼ਨ ਦੀ ਲੈਂਗੁਏਜ ਦੇ ਵਿੱਚ। 8 ਤੁਹਾਡੇ ਲਿਸਨਿੰਗ 'ਚ ਹੋਣੇ ਚਾਹੀਦੇ ਆ, 7 ਤੁਹਾਡੇ ਬਾਕੀ ਸਾਰੇ ਮੋਡਿਊਲਸ 'ਚ ਹੋਣੇ ਚਾਹੀਦੇ ਆ, ਵਿਚ ਇਜ਼ ਵੈਰੀ ਮਚ ਅਚੀਵੇਬਲ। ਤੁਸੀਂ ਅਗਰ ਬਾਰ-ਬਾਰ ਪ੍ਰੈਕਟਿਸ ਕਰੋਗੇ, ਸੀਰੀਅਸਲੀ ਇਟ ਟੋਟਲੀ ਡਿਪੈਂਡਸ ਹਾਊ ਬੈਡਲੀ ਯੂ ਵਾਂਟ ਟੂ ਬੀ ਇਨ ਕੈਨੇਡਾ। ਤੁਸੀਂ ਆਇਲਸ ਡੈਫੀਨੇਟਲੀ ਸਕੋਰ ਕਰੋਗੇ 8,777 ਤੇ ਤੁਹਾਡੇ 8,777 ਦੇ ਨਾਲ 50 ਪੁਆਇੰਟਸ ਬੂਸਟ ਹੋ ਜਾਂਦੇ ਨੇ ਤੁਹਾਡੇ ਪ੍ਰੋਫਾਈਲ ਦੇ ਵਿੱਚ। ਤੀਜੀ ਗੱਲ, ਆਪਾਂ ਕਿੱਦਾਂ ਹੋਰ ਆਪਣੇ ਪੁਆਇੰਟਸ ਬੂਸਟ ਕਰ ਸਕਦੇ ਹਾਂ। ਯੂ ਕੈਨ ਆਲਸੋ ਪ੍ਰਿਪੇਅਰ ਫॉर योर ਫਰੈਂਚ। ਤੁਸੀਂ ਹੁਣ ਵੈਸੇ ਹੀ ਆਪਾਂ ਬੈਠੇ ਹਾਂ PR ਦੀਆਂ, ਕੁਝ ਵੀ ਨਹੀਂ ਇਨਫੋਰਮੇਸ਼ਨ ਆ ਰਹੀ ਆਊਟਸਾਈਡ ਕੈਨੇਡਾ ਕਲਾਇੰਟਸ ਲਈ, ਤਾਂ ਤੁਸੀਂ ਆਪਣੀ 6 ਮਹੀਨੇ ਫਰੈਂਚ ਦੀ ਪੜ੍ਹਾਈ ਕਰ ਸਕਦੇ ਹੋ। ਯੂ ਕੈਨ ਰਾਈਟ योर ਫਰੈਂਚ ਐਗਜ਼ਾਮ ਐਜ਼ ਵੈਲ, ਜਿਹੜੇ TEF TCF ਐਗਜ਼ਾਮਸ ਹੈ ਫਰੈਂਚ ਦੇ, ਉਹ ਲਿਖ ਸਕਦੇ ਹੋ। ਅਗਰ ਤੁਹਾਡਾ ਉਹਦੇ 'ਚ ਵੀ ਅੱਛਾ ਸਕੋਰ ਆ ਗਿਆ, ਇਫ ਯੂ ਆਰ ਅ ਫ੍ਰੈਂਚ ਸਪੀਕਿੰਗ ਪਰਸਨ ਐਪਲੀਕੈਂਟ, ਤੁਹਾਡਾ ਵੈਸੇ ਹੀ 50 ਪੁਆਇੰਟਸ ਬਾਈਲਿੰਗੁਅਲ ਹੋਣ ਦੇ ਤੁਹਾਡੇ 50 ਪੁਆਇੰਟਸ ਐਪਲੀਕੇਸ਼ਨ ਦੇ ਵਿੱਚ ਵੱਜ ਜਾਣਗੇ। ਸੋ ਦੈਟ ਇਜ਼ what I would recommend people who are actually currently working at the age of 32 to 35। ਉਹਨਾਂ ਨੂੰ ਮੈਂ ਇਹ ਰეკਮੈਂਡ ਕਰਾਂਗੀ ਕਿ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਫ੍ਰੈਂਚ ਐਬਿਲਿਟੀ ਬਿਲਡਅਪ ਕਰ ਸਕੋ। ਲਰਨਿੰਗ ਆਲਵੇਜ਼ ਤੁਹਾਡੇ ਲਈ ਅੱਛੀ ਰਹੇਗੀ, ਕੈਨੇਡਾ ਜਾ ਕੇ ਵੀ ਤੁਹਾਨੂੰ ਫ੍ਰੈਂਚ ਕਾਫੀ ਹੈਲਪ ਕਰੇਗੀ, ਐਂਡ ਇਫ ਦੈਟ ਗੈਟਸ ਯੂ PR, ਵਾਈ ਨਾਟ। ਜੀ, ਤੇ ਟਾਈਮ ਜਿਹੜਾ ਹੈ ਉਹਨੂੰ ਤੁਸੀਂ ਯੂਟਿਲਾਈਜ਼ ਕਰੋ ਆਪਣੀ ਫ੍ਰੈਂਚ ਨੂੰ। ਅਗਰ ਤੁਸੀਂ ਸਟਾਰਟ ਕਰ ਸਕਦੇ ਹੋ, ਮੈਂ ਵਿਦਿਨ 6 ਮੰਥਸ ਆਈ ਕੈਨ ਥਿੰਕ ਕਿ ਤੁਸੀਂ ਇੱਕ ਅੱਛਾ ਖਾਸਾ ਸਕੋਰ ਫ੍ਰੈਂਚ ਦੇ ਐਗਜ਼ਾਮ 'ਚ ਲੈ ਸਕਦੇ ਹੋ ਤੇ ਉਹ ਤੁਹਾਡਾ ਸਕੋਰ ਜ਼ਰੂਰ ਬੂਸਟ ਅਪ ਕਰ ਦੇਗਾ। ਪਲੱਸ ਅਗਰ ਤੁਹਾਡੇ ਆਇਲਸ ਦੇ ਮਾਰਕਸ ਅਜੇ ਨਹੀਂ ਐਲੀਜੀਬਲ ਆਏ, ਉਹਦੇ ਤੇ ਵੀ ਤੁਸੀਂ ਪ੍ਰੈਕਟਿਸ ਕਰੋ, ਵਰਕ ਕਰੋ ਔਰ ਐਗਜ਼ਾਮ ਦਿਓ ਤਾਂ ਕਿ ਤੁਹਾਡਾ ਜਿਹੜਾ ਸਕੋਰ ਹੈ ਉਹ ਹੋਰ ਬੂਸਟ ਅਪ ਹੋ ਜਾਏ। ਜਸਪ੍ਰੀਤ ਜੀ, ਤੁਸੀਂ ਇਸ ਸ਼ੋਅ 'ਚ ਆਏ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ। ਸਸਕੈਚੁਆਨ PR ਔਰ PNP ਪ੍ਰੋਗਰਾਮਸ ਵਾਸਤੇ ਤੁਹਾਡਾ ਬਹੁਤ ਬਹੁਤ ਥੈਂਕਸ। ਥੈਂਕ ਯੂ।